ਜਿਹੜਾ ਕੁਐਸਚਨ ਆਪਾਂ ਤਿਆਰ ਕਰ ਰਹੇ ਹਾਂ ਉਹ ਹੈਗਾ ਟਾਰਗੇਟ ਕਾਸਟਿੰਗ। ਕਹਿੰਦਾ ਟਾਰਗੇਟ ਕਾਸਟਿੰਗ ਕੀ ਆ? ਇਟ ਇਜ਼ ਕੰਸਰਨਡ ਵਿਦ ਡਿਜ਼ਾਈਨਿੰਗ ਅ ਪ੍ਰੋਡਕਟ ਐਜ਼ ਪਰ ਦਾ ਕਸਟਮਰ ਰਿਕੁਆਇਰਮੈਂਟ ਸੋ ਦੈਟ ਇਟ ਕੈਨ ਬੀ ਡਿਵੈਲਪਡ ਐਟ ਕਾਸਟ ਦੈਟ ਰਿਕੁਆਇਰਸ ਪ੍ਰੀ ਡਿਟਰਮਾਈਨਡ ਪ੍ਰੋਫਿਟ ਐਂਡ ਪ੍ਰਾਈਸ। ਦਿਸ ਇਜ਼ ਟਾਈਪ ਆਫ ਕਾਸਟਿੰਗ ਵੀ ਸ਼ੁੱਡ ਫੋਲੋ ਦਾ ਗਿਵਨ ਕ੍ਰਾਈਟੇਰੀਆ। ਇਹਦੇ ਵਿੱਚ ਕੀ ਹੁੰਦਾ ਰਾਜੇ ਕਿ ਜਦੋਂ ਅਸੀਂ ਪ੍ਰੋਡਕਟ ਕਿਸੇ ਕਸਟਮਰ ਦੀ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਬਣਾਉਂਦੇ ਹਾਂ ਤਾਂ ਉਹਨੂੰ ਇੱਕ ਪ੍ਰੀ ਡਿਟਰਮਾਈਨਡ ਪ੍ਰਾਈਸ ਦੇ ਦਿੱਤਾ ਜਾਂਦਾ ਵਾ ਕਿ ਤੇ ਤੂੰ ਇੰਨੇ ਪੈਸੇ ਲੈਣੇ ਆ ਕਿਉਂਕਿ ਤੇਰੀ ਰਿਕੁਆਇਰਮੈਂਟ ਪੂਰੀ ਕਰ ਰਹੇ ਆ। ਤਾਂ ਉਹਦੇ 'ਚ ਕੀ ਹੁੰਦਾ, ਪਹਿਲਾ ਸਟੈਪ ਹੁੰਦਾ ਵਾ ਅਸੀਂ ਟਾਰਗੇਟ ਪ੍ਰਾਈਸ ਡਿਸਾਈਡ ਕਰਨਾ ਕਿ ਅਸੀਂ ਇੰਨੇ ਰੁਪਏ ਦੀ ਤੈਨੂੰ ਚੀਜ਼ ਦੇਣੀ ਹੈ। ਫਿਰ ਦੂਜਾ ਸਟੈਪ ਹੁੰਦਾ ਵਾ ਉਹਦੇ 'ਚ ਅਸੀਂ ਕਿੰਨੇ ਕਮਾਉਣੇ ਚਾਹੁੰਦੇ ਹਾਂ। ਤੀਜਾ ਸਟੈਪ ਹੁੰਦਾ ਵਾ ਫਿਰ ਆਟੋਮੈਟਿਕਲੀ ਟਾਰਗੇਟ ਕਾਸਟ ਨਿਕਲ ਗਈ। ਜਿੱਦਾਂ ਮੈਂ 2000 ਦੀ ਤੈਨੂੰ ਸੇਲ ਕਰਨੀ ਹੈ, 500 ਮੈਂ ਕਮਾਉਣਾ ਵਾ ਤਾਂ ਮੇਰੀ ਟਾਰਗੇਟ ਕਾਸਟ ਕੀ ਹੋਊਗੀ ਰਾਜੇ? 1500। So if our target cost is different from the actual cost, then we remove the unnecessarily cost by redesigning the product. ਹੁਣ ਇਹਦੇ 'ਚ ਸਟੈਪਸ ਕੀ ਹੁੰਦੇ ਨੇ ਰਾਜੇ? ਮੇਨ ਇਹ ਚੀਜ਼ ਆ ਕਿ ਵਟ ਆਰ ਦ ਵੇਰੀਅਸ ਸਟੈਪਸ ਜੋ ਇਹਦੇ 'ਚ ਕੁਐਸਚਨ ਆਉਂਦੇ ਨੇ। ਵਟ ਆਰ ਦ ਵੇਰੀਅਸ ਸਟੈਪਸ ਆਫ ਟਾਰਗੇਟ ਕਾਸਟਿੰਗ। ਸਭ ਤੋਂ ਪਹਿਲਾਂ ਕੀ ਹੁੰਦਾ ਰਾਜੇ ਇਹਦੇ ਵਿੱਚ? ਇਨੀਸ਼ੀਏਸ਼ਨ ਬਾय द मैनेजमेंट, selecting the target price, selecting the target profit, selecting the target cost, designing the product and produce the product if the target cost is met। ਸਮਝ ਗਏ ਮੇਰੀ ਗੱਲ? ਦੇਖੋ ਕਹਿੰਦਾ in the first step the main focus is to bring a change in the attitude of the management. The success of target costing program begins with the management understanding and commitment। ਸਭ ਤੋਂ ਪਹਿਲਾ ਸਟੈਪ ਜਿਹੜਾ ਹੁੰਦਾ ਵਾ ਟਾਰਗੇਟ ਕਾਸਟਿੰਗ ਦਾ ਇਹੀ ਹੁੰਦਾ ਵਾ ਕਿ ਅਸੀਂ ਮੈਨੇਜਮੈਂਟ ਨੇ ਇਨੀਸ਼ੀਏਟ ਲੈਣਾ ਹੁੰਦਾ ਕਿ ਉਹ ਇਸ ਫੰਡੇ ਵੱਲ ਤੁਰਨਗੇ, ਇਸ ਅਪਰੋਚ ਨੂੰ ਯੂਜ਼ ਕਰਨਗੇ ਫॉर ਦਾ ਪ੍ਰੋਡਕਟ ਵਿਚ ਇਜ਼ ਮੇਡ ਐਜ਼ ਪਰ ਦਾ ਰਿਕੁਆਇਰਮੈਂਟ ਆਫ ਦਾ ਕਸਟਮਰ। ਫਿਰ ਟਾਰਗੇਟ ਸੈੱਟ ਕਰ ਦਿੱਤਾ ਜਾਂਦਾ, ਪ੍ਰਾਈਸ ਸੈੱਟ ਕਰ ਦਿੱਤਾ ਜਾਂਦਾ। ਨੈਕਸਟ ਸਟੈਪ ਇਜ਼ ਟੂ ਸੈੱਟ ਏ ਟਾਰਗੇਟ ਪ੍ਰਾਈਸ ਦੈਟ ਨੀਡਸ ਟੂ ਬੀ ਬੇਸਡ ਅਪੋਨ ਦਾ ਕੰਪਨੀਜ਼ ਪੋਜੀਸ਼ਨ ਇਨ ਦਾ ਮਾਰਕੀਟ, ਕਸਟਮਰ ਐਕਸਪੈਕਟੇਸ਼ਨ। ਉਸ ਤੋਂ ਬਾਅਦ ਰਾਜੇ ਤੁਹਾਡੇ ਪ੍ਰੋਡਕਟ ਦਾ ਟਾਰਗੇਟ ਪ੍ਰਾਈਸ ਸੈੱਟ ਕਰ ਦਿੱਤਾ। ਉਹ ਡਿਪੈਂਡ ਕਰਦਾ ਵਾ ਤੁਹਾਡੀ ਗੁੱਡਵਿਲ 'ਤੇ, ਕਸਟਮਰ ਦੀਆਂ ਐਕਸਪੈਕਟੇਸ਼ਨਸ 'ਤੇ, ਕਸਟਮਰ ਦੀ ਰਿਕੁਆਇਰਮੈਂਟ 'ਤੇ ਕਿ ਉਹਨੂੰ ਪ੍ਰੋਡਕਟ ਦੀ ਕਿੰਨੀ ਕੁ ਜ਼ਰੂਰਤ ਹੈ। ਠੀਕ ਹੈ ਨਾ? ਉਸ ਹਿਸਾਬ ਨਾਲ ਤੁਸੀਂ ਆਪਣਾ ਟਾਰਗੇਟ ਪ੍ਰਾਈਸ ਫਿਕਸ ਕਰ ਦਿੰਦੇ। ਉਸ ਤੋਂ ਬਾਅਦ ਸੈਟਿੰਗ ਦਾ ਟਾਰਗੇਟ ਪ੍ਰੋਫਿਟ। ਦੇ ਨੈਕਸਟ ਸਟੈਪ ਕੀ ਹੁੰਦਾ ਵਾ? ਤੁਸੀਂ ਪ੍ਰੋਫਿਟ ਮਾਰਜਨ ਸੈੱਟ ਕਰਨਾ ਵਾ। ਹੁਣ ਜੇ ਤੁਸੀਂ ਟਾਰਗੇਟ ਪ੍ਰਾਈਸ 2000 ਦਾ ਰੱਖ ਲਿਆ ਤਾਂ ਉਹਦੇ ਵਿੱਚ ਤੁਸੀਂ 500 ਰੁਪਏ ਦਾ ਪ੍ਰੋਫਿਟ ਕਮਾਉਣਾ। ਇਹ ਤੁਸੀਂ ਨੈਕਸਟ ਸਟੈਪ ਤੁਸੀਂ ਇਹ ਡਿਸਾਈਡ ਕਰਨਾ। ਯੂ ਵਿਲ ਹੈਵ ਟੂ ਡਿਸਾਈਡ ਦਿਸ ਕਿ ਤੁਸੀਂ ਕਿੰਨਾ ਟਾਰਗੇਟ ਪ੍ਰੋਫਿਟ ਆ ਜਿਹੜਾ ਉਹ ਕਮਾਉਣਾ। ਕਲੀਅਰ ਹੋਇਆ? ਉਸ ਤੋਂ ਬਾਅਦ ਫੋਰਥ ਸਟੈਪ ਹੁੰਦਾ ਸੈਟਿੰਗ ਦਾ ਟਾਰਗੇਟ ਕਾਸਟ। ਅੰਡਰਸਟੂਡ ਜੀ ਗੱਲ ਆ? ਹੁਣ ਜਦ ਸਾਡਾ ਟਾਰਗੇਟ ਪ੍ਰਾਈਸ ਫਿਕਸ ਆ, ਸਾਡੀ ਟਾਰਗੇਟ ਪ੍ਰੋਫਿਟ ਫਿਕਸਡ ਆ, ਮੈਂ 2000 ਦੀ ਸੇਲ ਕਰਨਾ ਚਾਹੁੰਦਾ, ਮੈਂ 500 ਰੁਪਇਆ ਉੱਤੇ ਕਮਾਉਣਾ ਚਾਹੁੰਦਾ, ਤਾਂ ਮੇਰੀ ਕਾਸਟ ਕਿੰਨੀ ਹੋਣੀ ਚਾਹੀਦੀ ਹੈ? 1500। ਵੰਸ ਦਾ ਟਾਰਗੇਟ ਪ੍ਰੋਫਿਟ ਇਜ਼ ਫਿਕਸਡ, ਟਾਰਗੇਟ ਪ੍ਰਾਈਸ ਇਜ਼ ਫਿਕਸਡ, ਦੈਨ ਦੇਰ ਇਜ਼ ਨੀਡ ਟੂ ਕੈਲਕੂਲੇਟ ਦਾ ਟਾਰਗੇਟ ਕਾਸਟ ਬਾਈ ਦਾ ਫੋਲੋਇੰਗ ਫਾਰਮੂਲਾ। ਟਾਰਗੇਟ ਕਾਸਟ ਇਜ਼ ਇਕੁਅਲ ਟੂ ਟਾਰਗੇਟ ਪ੍ਰਾਈਸ ਮਾਈਨਸ ਟਾਰਗੇਟ ਪ੍ਰੋਫਿਟ। ਓਕੇ ਹੋ ਗਿਆ। ਹੁਣ ਅਸੀਂ ਪ੍ਰੋਡਕਟ ਬਣਾਉਣਾ ਸ਼ੁਰੂ ਕਰਤਾ। The next step is to designing the product as per the customer requirement of the target cost is met. Then we will move to further last step if the target cost is not met। ਦੇਖੋ ਜੀ ਆਪਾਂ ਪ੍ਰੋਡਕਟ ਬਣਾਉਣਾ ਸ਼ੁਰੂ ਕਰਤਾ, ਡਿਜ਼ਾਈਨਿੰਗ ਸ਼ੁਰੂ ਕਰਤੀ। ਠੀਕ ਹੈ ਨਾ? ਅਗਰ ਸਾਡਾ ਪ੍ਰੋਡਕਟ ਜੋ ਸਾਡੀ ਟਾਰਗੇਟ ਕਾਸਟ ਸੀਗੀ ਉਹਦੇ ਵਿੱਚ ਵੈਰੀ ਕਰ ਗਿਆ, ਉਹਦੇ 'ਚ ਲਾਈ ਕਰ ਗਿਆ, then it's okay, we have achieved the objective of this fundamental। ਬਟ ਅਗਰ ਉਹ ਨਹੀਂ ਕੀਤਾ ਦੈਨ ਉਸ ਕੇਸ ਦੇ ਵਿੱਚ ਫਿਰ ਸਾਨੂੰ ਪ੍ਰੋਡਕਟ ਨੂੰ ਕੀ ਕਰਨਾ ਪਊਗਾ? ਰੀਡਿਜ਼ਾਈਨ ਕਰਨਾ ਪਊਗਾ। ਬਟ 6ਵਾਂ ਸਟੈਪ ਇਹ ਆ ਕਿ ਉਹ ਜਿਹੜੀ ਸਾਡੀ ਪ੍ਰੋਡਕਟ ਦੀ ਕਾਸਟ ਆ ਜਿਹੜੀ ਬਣਾਉਣ 'ਤੇ ਲੱਗੀ ਉਹ ਟਾਰਗੇਟ ਕਾਸਟ ਦੇ ਵਿੱਚ ਕਰ ਗਈ। ਦੈਨ ਉਸ ਕੇਸ ਦੇ ਵਿੱਚ ਫਿਰ ਅਸੀਂ ਕੀ ਕਰਨਾ ਹੁੰਦਾ ਕਿ ਇਫ ਦਾ ਟਾਰਗੇਟ ਕਾਸਟ ਇਜ਼ ਮੈਟ, ਲਾਸਟ ਸਟੈਪ ਇਜ਼ ਟੂ ਆਰਡਰ ਦਾ ਪ੍ਰੋਡਕਸ਼ਨ ਆਫ ਦਾ ਨਿਊ ਪ੍ਰੋਡਕਟ। ਠੀਕ ਹੈ ਨਾ? ਇਹਦੇ ਐਡਵਾਂਟੇਜਸ ਕੀ ਹੁੰਦੇ ਨੇ? ਹੈਲਪ ਟੂ ਪ੍ਰੋਡਿਊਸ ਕਾਸਟ, ਟੂ ਰਿਡਿਊਸ ਕਾਸਟ, ਕਸਟਮਰ ਰਿਕੁਆਇਰਮੈਂਟ ਫੁਲਫਿਲਸ ਹੋ ਜਾਂਦੀਆਂ ਨੇ ਇਹਦੀਆਂ ਕਿਉਂਕਿ ਕਸਟਮਰ ਦੇ ਲਈ ਹੀ ਪ੍ਰੋਡਕਟ ਬਣਦਾ ਵਾ। ਐਲੀਮੀਨੇਸ਼ਨ ਆਫ ਨਾਨ ਵੈਲਿਊਏਬਲ ਐਡਡ ਕਾਸਟ, ਇਹਦੇ ਵਿੱਚ ਕੋਈ ਵੀ ਐਕਸਟਰਾ ਕਾਸਟ ਨਹੀਂ ਐਡ ਕੀਤੀ ਜਾਂਦੀ। ਅਤੇ ਇਹਦੇ ਨਾਲ ਪ੍ਰੋਫਿਟ ਦੇ ਵਿੱਚ ਕੀ ਹੁੰਦਾ ਵਾ? ਇੰਪਰੂਵ ਦਾ ਪ੍ਰੋਫਿਟ ਡਿਜ਼ਾਈਨ, ਅਤੇ ਇਹਦੇ ਨਾਲ ਪ੍ਰੋਫਿਟ ਡਿਜ਼ਾਈਨ ਵੀ ਕੀ ਹੋ ਜਾਂਦਾ ਵਾ? ਇੰਪਰੂਵ ਹੋ ਜਾਂਦਾ ਵਾ। ਠੀਕ ਹੈ ਨਾ? ਸੋ ਇਹਦਾ ਵੀ ਇੱਕ ਬੈਨੀਫਿਟ ਮਿਲਦਾ। ਠੀਕ ਹੈ ਨਾ? ਉਸ ਤੋਂ ਬਾਅਦ ਡਿਸਐਡਵਾਂਟੇਜਸ ਆਫ ਟਾਰਗੇਟ ਕਾਸਟਿੰਗ। ਟਾਰਗੇਟ ਕਾਸਟਿੰਗ ਦੇ ਡਿਸਐਡਵਾਂਟੇਜ ਕੀ ਆ? ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਰਾਜੇ, ਪਹਿਲੀ ਗੱਲ ਤਾਂ ਇਹ। ਐਂਡ ਡਿਫੀਕਲਟ ਟੂ ਫਾਈਂਡ ਆਊਟ ਦਾ ਟੇਸਟ ਆਫ ਕਸਟਮਰ। ਠੀਕ ਹੈ? ਪਹਿਲਾਂ ਤਾਂ ਇਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਆ ਕਿਉਂਕਿ ਆਪਾਂ ਨੂੰ ਸਾਰਾ ਕੁਝ ਪਹਿਲਾਂ ਹੀ ਪ੍ਰੀ ਡਿਟਰਮਾਈਨ ਕੀਤਾ ਜਾਂਦਾ। ਅਤੇ ਡਿਫੀਕਲਟ ਟੂ ਫਾਈਂਡ ਆਊਟ ਦਾ ਟੇਸਟ ਆਫ ਦਾ ਕਸਟਮਰ। ਦੇਖੋ ਜੀ ਕਸਟਮਰ ਤਾਂ ਉਹਦਾ ਬਹੁਤ ਫਲਕਚੁਏਟਿੰਗ ਹੁੰਦਾ ਵਾ। ਅੱਜ ਕਹਿੰਦਾ ਮੈਨੂੰ ਆਹ ਚੀਜ਼ ਚਾਹੀਦੀ ਹੈ, ਕੱਲ੍ਹ ਕਹੂਗਾ ਨਹੀਂ ਚਾਹੀਦੀ। ਠੀਕ ਹੈ ਨਾ? ਸੋ ਦੇਰ ਆਰ ਵੇਰੀਅਸ changes that took place in the taste and preference।
ਠੀਕ ਹੈ ਨਾ। ਫ੍ਰੀਕੁਐਂਟ ਚੇਂਜਸ ਆਰ ਨਾਟ ਪੋਸੀਬਲ, ਜਿੱਦਾਂ ਆਪਾਂ ਗੱਲੀ ਬਾਤੀ ਕਹਿ ਦਿੰਦੇ ਆ ਕਿ ਆਪਾਂ ਚੇਂਜ ਕਰ ਦਾਂਗੇ ਜੀ, ਪ੍ਰੋਡਕਟ ਡਿਜ਼ਾਈਨ ਚੇਂਜ ਕਰ ਦਾਂਗੇ, ਜੇ ਸਾਡੀ ਕਾਸਟ ਵਧੀ ਤਾਂ ਅਸੀਂ ਆਪਣਾ ਪ੍ਰੋਡਕਟ ਡਿਜ਼ਾਈਨ ਐਜ਼ ਪਰ ਦਾ ਰਿਕੁਆਇਰਮੈਂਟ ਚੇਂਜ ਕਰ ਦਾਂਗੇ, ਬਟ ਇੱਦਾਂ ਨਹੀਂ ਹੁੰਦਾ, ਠੀਕ ਹੈ ਨਾ। ਸੋ ਇਟ ਇਜ਼ ਓਨਲੀ ਐਨ, ਇਹਨੂੰ ਚੌਥਾ ਪੁਆਇੰਟ ਇਹ ਵੀ ਕਹਿ ਸਕਦੇ, ਇਟ ਇਜ਼ ਓਨਲੀ ਐਨ ਥੋਰੈਟੀਕਲ ਕੰਸੈਪਟ। ਤੁਸੀਂ ਕਿਸੇ ਵੀ ਚੀਜ਼ ਦਾ ਜਿਹੜਾ ਟਾਰਗੇਟ ਕਾਸਟ ਹੈ ਇੱਦਾਂ ਫਿਕਸ ਨਹੀਂ ਕਰ ਸਕਦੇ, ਤੁਹਾਨੂੰ ਬਣਾ ਕੇ ਦੇਖਣਾ ਪਊਗਾ ਫਿਜ਼ੀਕਲੀ ਨਾਟ ਇਟ ਇਜ਼ ਪੋਸੀਬਲ। ਸਮਝ ਗਏ ਨਾ ਮੇਰੀ ਗੱਲ। ਸੋ ਇਹ ਸੀਗਾ ਓਵਰਆਲ ਟਾਰਗੇਟ ਕਾਸਟਿੰਗ, ਠੀਕ ਹੈ।